एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। वाहिगुरु जी का खालसा वाहिगुरु जी की फतह। ਗਿਆਨੀ ਦਿੱਤ ਸਿੰਘ ਜੀ ਦੀ ਰਚਨਾ ਸਾਧੂ ਦਇਆਨੰਦ ਤੇ ਮੇਰਾ ਸੰਵਾਦ ਭਾਗ 6ਵਾਂ। ਦੋਹਰਾ ਚੇਤਨ ਹੇਤੂ ਗਿਆਨ ਦਾ ਨਹੀਂ ਸਰਬ ਦਾ ਸਤ, ਸੁਖ ਤਪ ਮੈਂ ਨ ਜਾਣਦਾ ਆਪਣੇ ਘਰ ਦੀ ਗਤ। ਭਾਵ ਬੇਸ਼ੱਕ ਸੁਆਮੀ ਜੀ ਨੇ ਜੀਵ ਆਤਮਾ ਨੂੰ ਗਿਆਨ ਸਰੂਪ ਆਖ ਕੇ ਇਹ ਸਿੱਧ ਕੀਤਾ ਹੈ ਕਿ ਮੁਕਤ ਹੋ ਕੇ ਅਰਥਾਤ ਦੇਹ ਨੂੰ ਤਿਆਗ ਕੇ ਵੀ ਇਸ ਨੂੰ ਗਿਆਨ ਰਹਿੰਦਾ ਹੈ, ਪਰੰਤੂ ਜਿਸ ਪਰ ਹੇਤੂ ਕੇਵਲ ਚੇਤਨ ਸਰੂਪ ਹੋਣ ਦਾ ਹੀ ਦਿੱਤਾ ਹੈ। ਪਰੰਤੂ ਜਦ ਵਿਚਾਰ ਕੇ ਦੇਖਿਆ ਜਾਂਦਾ ਹੈ ਤਾਂ ਇਹ ਦੇਹ ਦੇ ਵਿੱਚ ਰਹਿ ਕੇ ਵੀ ਚੇਤਨ ਸਰੂਪ ਆਤਮਾ ਹੈ। ਗਿਆਨ ਦੇ ਸਾਧਨ ਅੰਤःਕਰਣ ਅਤੇ ਗਿਆਨ ਇੰਦਰੀਆ ਤੇ ਬਿਨਾ ਕੋਈ ਗਿਆਨ ਨਹੀਂ ਪਾਇਆ ਜਾਂਦਾ, ਜਿਸ ਦਾ ਦ੍ਰਿਸ਼ਟਾਂਤ ਘੋਰ ਨੀਂਦ ਅਤੇ ਮੂਰਛਾ ਹੈ। ਕਿਉਂਕਿ ਇਹਨਾਂ ਦੋਹਾਂ ਹਾਲਤਾਂ ਵਿੱਚ ਜੀਵ ਅਜੇ ਦੇਹ ਨੂੰ ਵੀ ਨਹੀਂ ਤਿਆਗਦਾ ਤਾਂ ਵੀ ਆਪਣੇ ਗਿਆਨ ਨੂੰ ਛੱਡ ਬੈਠਦਾ ਹੈ। ਫਿਰ ਜਦ ਇਸ ਨੇ ਮਰ ਕੇ ਇਸ ਦੇਹੀ ਨਾਲੋਂ ਸਾਰਾ ਹੀ ਸੰਬੰਧ ਤੋੜ ਦਿੱਤਾ ਅਤੇ ਇਹ ਦੇਹ ਵੀ ਸਾੜ ਕੇ ਸੁਆਹ ਕਰ ਦਿੱਤੀ, ਫਿਰ ਇਸ ਨੂੰ ਗਿਆਨ ਕਦ ਰਹਿ ਸਕਦਾ ਹੈ। ਦੁਰਜਨ ਤਥ ਨਿਆਏ ਕਰਕੇ ਜੇ ਇਸ ਬਾਤ ਨੂੰ ਮੰਨ ਵੀ ਲਈਏ ਤਾਂ ਮੈਂ ਇਹ ਪੁੱਛਦਾ ਹਾਂ ਕਿ ਫਿਰ ਉਹ ਗਿਆਨ ਵਾਲਾ ਆਤਮਾ ਕਿੱਥੇ ਰਹਿੰਦਾ ਹੈ। ਫਿਰ ਉਸ ਵੇਲੇ ਮੈਂ ਇਹ ਵੀ ਕਿਹਾ ਕਿ ਸੰਤ ਜੀ ਆਪ ਨੇ ਅਭਾਵਾਂ ਦੇ ਨਾਉ ਗਿਣ ਕੇ ਦੱਸ ਦਿੱਤੇ, ਪਰੰਤੂ ਆਪ ਇਹ ਤਾਂ ਦੱਸੋ ਜੋ ਇਹਨਾਂ ਵਿੱਚੋਂ ਜੀਵ ਦਾ ਕਿਹੜਾ ਭਾਵ ਚਾਰ ਵਾਕ ਪਰ ਲਗਾਓਗੇ, ਕਿਉਂਕਿ ਪ੍ਰਾਗਾ ਭਾਵ ਤਾਂ ਜੀਵ ਨੂੰ ਅਨਾਦਿ ਸਿੱਧ ਕਰੇਗਾ। ਜੈਸਾ ਕਿ ਤਿਲਾਂ ਵਿੱਚ ਤੇਲ ਹੁੰਦਾ ਹੈ, ਸੋ ਕੇਵਲ ਉਸ ਦਾ ਪਰਾਦੁਰ ਹੀ ਨਹੀਂ ਹੁੰਦਾ, ਕਿੰਤੂ ਅਸਲ ਵਿੱਚ ਉਹ ਉਤਪਤ ਨਹੀਂ ਕਿਹਾ ਜਾਂਦਾ ਅਤੇ ਤਿਲਾਂ ਵਿੱਚ ਅਨਾਦਿ ਚੱਲਿਆ ਆਉਂਦਾ ਹੈ। ਇਸੇ ਤਰ੍ਹਾਂ ਜੀਵ ਵੀ ਇਹਨਾਂ ਤੱਤਾਂ ਵਿੱਚ ਅਨਾਦਿ ਆਪ ਨੂੰ ਮੰਨਣਾ ਪਏਗਾ। ਫਿਰ ਜੇ ਪ੍ਰੰਧੁੰਸਾ ਭਾਵ ਮੰਨੋਗੇ ਤਾਂ ਮਿੱਟੀ ਦੇ ਵਿੱਚੋਂ ਘੜਾ ਉਤਪਤ ਹੋ ਕੇ ਭਜਨ ਨਿਆਈ ਸਾਦੀ ਸ਼ਾਂਤ ਮੰਨਣਾ ਪਵੇਗਾ। ਪਰੰਤੂ ਇਹ ਵੀ ਕਾਰਨ ਵਿੱਚ ਕਾਰਜ ਦਾ ਲੈ ਸਰੂਪ ਹੈ, ਕਿੰਤੂ ਵਸਤੂ ਦਾ ਨਾਸ਼ ਨਹੀਂ ਹੈ, ਕਿਉਂਕਿ ਕਿਸੇ ਵਸਤੂ ਦੀ ਸ਼ਕਲ ਬਦਲਣ ਨਾਲ ਉਸ ਦੇ ਸਰੂਪ ਦਾ ਨਾਸ਼ ਨਹੀਂ ਹੁੰਦਾ। ਇਸ ਤੇ ਵੀ ਜੀਵ ਦਾ ਜੋ ਅਸਲੀ ਮਾਦਾ ਹੈ ਉਹ ਚਾਰ ਵਾਕ ਮੱਤ ਵਿੱਚ ਆਪ ਦੇ ਕਥਨਾਂ ਅਨੁਸਾਰ ਨਸ਼ਟ ਨਹੀਂ ਮੰਨਿਆ ਜਾਂਦਾ। ਅਨਿਆ ਭਾਵ ਤਾਂ ਘੜੇ ਅਰ ਕੱਪੜੇ ਵਾਂਗ ਚਾਰ ਵਾਕ ਮੱਤ ਵਿੱਚ ਮੰਨ ਹੀ ਨਹੀਂ ਸਕਦੇ, ਕਿਉਂਕਿ ਜਿਸ ਤਰ੍ਹਾਂ ਘੜੇ ਵਿੱਚ ਕੱਪੜੇ ਦਾ ਅਰ ਕੱਪੜੇ ਵਿੱਚ ਘੜੇ ਦਾ ਅਭਾਵ ਹੈ, ਇਸੇ ਤਰ੍ਹਾਂ ਤੱਤਾਂ ਵਿੱਚ ਜੀਵ ਦਾ ਅਤੇ ਜੀਵ ਵਿੱਚ ਤੱਤਾਂ ਦਾ ਅਭਾਵ ਮੰਨਣੇ ਦੇ ਦੋ ਭਿੰਨ ਪਦਾਰਥ ਸਮਝੇ ਜਾਣਗੇ। ਇਸ ਵਾਸਤੇ ਚਾਰ ਵਾਕ ਮਤ ਵਾਲੇ ਜੀਵ ਦਾ ਨਾਸ਼ ਮੰਨਦੇ ਹਨ। ਇਹ ਕਥਨ ਅਨੈਗਤ ਹੋ ਜਾਏਗਾ, ਕਿਉਂਕਿ ਆਪਦੇ ਕਥਨ ਅਨੁਸਾਰ ਜੀਵ ਇੱਕ ਭਿੰਨ ਪਦਾਰਥ ਹੈ। ਇਸ ਦੇ ਅੱਗੇ ਅਤਿਅੰਤਾ ਭਾਵ ਜੋ ਸਹੇ ਦੇ ਸਿੰਘਾਂ ਵਾਂਗ ਸਦਾ ਹੀ ਅਸਤ ਹੈ, ਉਹ ਤਾਂ ਚਾਰ ਵਾਕ ਮੱਤ ਵਿੱਚ ਆਪ ਮੰਨ ਹੀ ਨਹੀਂ ਸਕਦੇ, ਕਿਉਂਕਿ ਚਾਰ ਵਾਕ ਜੀਵ ਤੇ ਐਸਾ ਇਨਕਾਰੀ ਨਹੀਂ ਹੈ। ਇਸ ਵਾਸਤੇ ਆਪ ਦਾ ਅਭਾਵਾਂ ਦੇ ਆਖਣ ਪਰ ਯਤਨ ਕਰਨਾ ਸਭ ਐਵੇਂ ਗਿਆ। ਪਰੰਤੂ ਸੁਆਮੀ ਜੀ ਆਪਦੇ ਤਾਂ ਯਾਦ ਰਹੇ ਜੋ ਮੇਰਾ ਪ੍ਰਸ਼ਨ ਚਾਰ ਵਾਕ ਆਪਦੇ ਮਤ ਵਿੱਚ ਏਕਤਾ ਕਰਨ ਤੇ ਵੇਦਾਂ ਨੂੰ ਮੰਨਣੇ ਅਰ ਨਾ ਮੰਨਣੇ ਪਰ ਨਹੀਂ ਸਾ, ਕਿੰਤੂ ਮੇਰਾ ਤਾਂ ਇਸ ਅੰਸ਼ ਵਿੱਚ ਸਾ ਕਿ ਮਰੇ ਤੇ ਮੁਕਤੀ ਤਾਂ ਚਾਰ ਵਾਕ ਵੀ ਮੰਨਦੇ ਹਨ। ਫਿਰ ਆਪ ਦਾ ਉਹਨਾਂ ਦੇ ਮਤ ਤੋਂ ਕਿਆ ਭੇਦ ਹੈ। ਉੱਤਰ ਇਸ ਦਾ ਦੇਣਾ ਯੋਗ ਸਾ, ਹੋਰ ਭਾਵਾਂ ਦੀ ਇੱਥੇ ਕੋਈ ਇਤਨੀ ਲੋੜ ਨਹੀਂ ਸੀ। ਇਸ ਵਾਸਤੇ ਆਪ ਕੋਈ ਇਹਨਾਂ ਬਾਤਾਂ ਦਾ ਉੱਤਰ ਦੇਵੋ। ਦੋਹਰਾ ਸੁਣਦੇ ਇਤਨੀ ਬਾਤ ਨੂੰ ਹੋਏ ਸਾਧ ਹੈਰਾਨ, ਆਖਣ ਇਹ ਕੀ ਮਾਰਿਆ ਇਸਨੇ ਚੁੱਕ ਤੂਫਾਨ। ਮਨ ਵਿੱਚ ਅੱਗੋਂ ਸੋਚ ਕੇ ਫਿਰ ਬੋਲੇ ਹੱਠ ਨਾਲ, ਇਸ ਦਾ ਉੱਤਰ ਵੀ ਸੁਣੋ ਅਬ ਤੁਮ ਨਾਲ ਖਿਆਲ। ਭਾਵ ਇਸ ਪਰ
ਕੋਸ਼ਕ ਗੁੱਸੇ ਹੋ ਕੇ ਅਰ ਮੱਥੇ ਵੱਟ ਪਾ ਕੇ ਬੋਲੇ ਕਿ ਜੇ ਉਸ ਮੁਕਤ ਆਤਮਾ ਨੂੰ ਗਿਆਨ ਨਾ ਹੋਵੇ ਤਾਂ ਮੁਕਤੀ ਦੇ ਸੁੱਖ ਨੂੰ ਕਿਸ ਤਰ੍ਹਾਂ ਭੋਗੇ। ਇਸ ਵਾਸਤੇ ਉਸ ਨੂੰ ਗਿਆਨ ਮੰਨਣਾ ਪਏਗਾ। ਦੂਸਰਾ, ਉਹ ਇੱਛਾਧਾਰੀ ਹੁੰਦਾ ਹੈ, ਜਿਸ ਜਗ੍ਹਾ ਚਾਹੇ ਉੱਥੇ ਰਹਿ ਸਕਦਾ ਹੈ ਅਰੇ ਸਾਰਾ ਬ੍ਰਹਮੰਡ ਉਸ ਦੇ ਸੈਰ ਕਰਨ ਲਈ ਖੁੱਲਾ ਹੈ। ਦੂਸਰੇ ਪ੍ਰਸ਼ਨ ਦਾ ਉੱਤਰ ਇਹ ਹੈ ਕਿ ਚਾਰਵਾਕ ਮਤ ਵਿੱਚ ਜੀਵ ਦਾ ਪੁਨਰ ਜਨਮ ਨਹੀਂ ਮੰਨਿਆ, ਪਰੰਤੂ ਸਾਡੇ ਮਤ ਵਿੱਚ ਮੁਕਤ ਜੀਵ ਫਿਰ ਵੀ ਮੁੜ ਕੇ ਜਨਮ ਲੈਂਦਾ ਹੈ ਜਦ ਉਸ ਦਾ ਮੁਕਤੀ ਦਾ ਆਨੰਦ ਭੋਗਣਾ ਪੂਰਾ ਹੋ ਜਾਂਦਾ ਹੈ। ਦੋਹਰਾ, ਇਸ ਨੂੰ ਸੁਣ ਕੇ ਹੋਇਆ ਮੈਂ ਅਤ ਮਨ ਹੈਰਾਨ, ਏਕ ਹੀ ਸੁਆਮੀ ਆਖਿਆ ਆਪਣਾ ਭਾਰਾ ਗਿਆਨ। ਇਹੋ ਜਿਹੀ ਬਾਤ ਤਾਂ ਕਰਦੇ ਨਹੀਂ ਅਜਾਨ, ਅੱਜ ਤੀਕ ਨਾ ਵੇਦ ਵਿੱਚ ਨਾ ਦਰਸ਼ਨ ਪੌਰਾਨ। ਮੈਂ ਇਸ ਉੱਤਰ ਨੂੰ ਸੁਣ ਕੇ ਵੱਡਾ ਹੀ ਹੈਰਾਨ ਹੋਇਆ ਔਰ ਸੋਚਣ ਲੱਗਾ ਕਿ ਇਹਨਾਂ ਨੇ ਇਹ ਘਰ ਦਾ ਗੰਢ ਤੋਂ ਕਿੱਥੋਂ ਜੋੜ ਦਿੱਤਾ ਹੈ, ਕਿਉਂਕਿ ਇਸ ਤਰ੍ਹਾਂ ਦਾ ਜੀਵ ਦਾ ਭਟਕਣਾ ਔਰ ਮੁਕਤ ਹੋ ਕੇ ਫਿਰ ਉਸੇ ਦੁੱਖ ਸੁੱਖ ਦੇ ਘਰ ਦੇ ਵਿੱਚ ਆਉਣਾ ਇਹਨਾਂ ਦੇ ਵੇਦ ਸ਼ਾਸਤਰ ਪੁਰਾਣ ਅਤੇ ਸ਼ੰਕਰਾਚਾਰਿਆ ਜੈਸੇ ਮਹਾਤਮਾ ਨੇ ਕਿਤੇ ਵੀ ਨਹੀਂ ਮੰਨਿਆ। ਔਰ ਅਜਿਹਾ ਯੁਕਤੀ ਵਿਰੁੱਧ ਮਤ ਅੱਜ ਤੱਕ ਕਿਸੇ ਵੀ ਆਚਾਰਿਆ ਵੱਲੋਂ ਨਹੀਂ ਸੁਣਿਆ। ਜੋ ਇਹਨਾਂ ਨੇ ਕਿਹਾ ਕੁੱਛੜ ਵਿੱਚੋਂ ਗਲੇਲਾ ਮਾਰਿਆ, ਜਿਸ ਦਾ ਕੋਈ ਸੁਰ ਪਤਾ ਨਹੀਂ ਹੈ। ਪਰੰਤੂ ਫਿਰ ਵੀ ਮੈਂ ਇਹ ਆਖਿਆ ਕਿ ਸਵਾਮੀ ਜੀ, ਆਪਦਾ ਸਿਧਾਂਤ ਸਾਰੇ ਪੁਰਾਣੇ ਵੇਦ ਮੰਨਣ ਵਾਲੇ ਰਿਖੀਆਂ ਮੁਨੀਆਂ ਦੇ ਉਲਟ ਅਰ ਯੁਕਤੀਹੀਨ ਹੈ, ਜਿਸ ਪਰ ਮੈਂ ਇਤਨਾ ਫਿਰ ਪ੍ਰਸ਼ਨ ਕਰਦਾ ਹਾਂ, ਆਪ ਉੱਤਰ ਧੀਰਜ ਨਾਲ ਦੇਵੋ। ਪਹਿਲੇ ਮੁਕਤੀ ਦਾ ਸੁਖ ਵਸਤੂ ਹੈ, ਅਰਥਾਤ ਇਹ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਕਦੀ ਜੇਲ੍ਹ ਖਾਨਿਓਂ ਨਿਕਲ ਕੇ ਨਿਰਬੰਧਤਾ ਦਾ ਸੁਖ ਭੋਗਦਾ ਹੈ। ਦੂਸਰਾ, ਕਿਆ ਇਹ ਇਸ ਪ੍ਰਕਾਰ ਹੈ ਜਿਸ ਤਰ੍ਹਾਂ ਆਦਮੀ ਘਰ ਨੂੰ ਛੱਡ ਕੇ ਬਾਗ ਆਦਿਕ ਦੇ ਆਨੰਦ ਨੂੰ ਭੋਗਦਾ ਹੈ, ਸੋ ਇਸ ਤਰ੍ਹਾਂ ਇਹ ਆਤਮਾ ਦੇਹ ਦੇ ਜੇਲ੍ਹ ਖਾਨਿਓਂ ਛੁੱਟ ਕੇ ਖੁੱਲਾ ਰਹਿਣ ਦਾ ਸੁਖ ਦੇਖਦਾ ਹੈ, ਜਾਂ ਆਪਣੇ ਇਸ ਸਰੀਰ ਦੇ ਘਰ ਨੂੰ ਤਿਆਗ ਕੇ ਕਿਸੇ ਮੁਕਤੀ ਦੇ ਆਨੰਦ ਨੂੰ ਲੈਂਦਾ ਹੈ। ਔਰ ਉਹ ਆਨੰਦ ਕਿਸੇ ਖਾਸ ਜਗ੍ਹਾ ਪਰ ਹੈ, ਜਿਸ ਤਰ੍ਹਾਂ ਕੋਈ ਅਜਾਇਬ ਘਰ ਹੁੰਦਾ ਹੈ। ਕਿੰਤੂ ਸਾਡੇ ਖਿਆਲ ਵਿੱਚ ਤਾਂ ਆਨੰਦ ਦੇ ਭੋਗਣ ਲਈ ਇਸ ਆਤਮਾ ਵਾਸਤੇ ਸਰੀਰ ਜੈਸਾ ਅੱਛਾ ਸਾਧਨ ਕੋਈ ਹੋਰ ਮਿਲਣਾ ਹੀ ਬਹੁਤ ਕਠਿਨ ਹੈ, ਕਿਉਂਕਿ ਇਸ ਸਰੀਰ ਵਿੱਚ ਤਾਂ ਇਹ ਅੱਖੀ ਨਾਲ ਦੇਖ ਸਕਦਾ ਹੈ, ਕੰਨਾਂ ਨਾਲ ਸੁਣ ਸਕਦਾ ਹੈ, ਇਸੇ ਤਰ੍ਹਾਂ ਆਪਣੇ ਗਿਆਨ ਅਤੇ ਕਰਮ ਇੰਦਰੀਆਂ ਨਾਲ ਸਭ ਕੁਝ ਸੁਖ ਪਾ ਸਕਦਾ ਹੈ। ਪਰੰਤੂ ਜਦ ਇਹਨਾਂ ਸਾਧਨਾਂ ਤੇ ਹੀਨ ਹੋ ਗਿਆ ਤਾਂ ਸੁੰਨ ਮੁੰਨ ਹੋ ਕੇ ਖਰਾਬ ਹੀ ਹੁੰਦਾ ਹੋਵੇਗਾ। ਔਰ ਜਿਸ ਤਰ੍ਹਾਂ ਨੀਂਦ ਅਤੇ ਮੂਰਛਾ ਵਿੱਚ ਬੇਖਬਰ ਜਿਹਾ ਹੋ ਕੇ ਪਿਆ ਰਹਿੰਦਾ ਹੈ, ਇਸੇ ਤਰ੍ਹਾਂ ਮੌਤ ਦੀ ਨੀਂਦ ਵਿੱਚ ਬੇਖਬਰ ਹੋ ਕੇ ਪਿਆ ਰਹੇਗਾ। ਇਸ ਤੇ ਅੱਗੇ ਜੋ ਆਪ ਆਖਦੇ ਹੋ ਕਿ ਜਿਸ ਜਗ੍ਹਾ ਉਸ ਦੀ ਇੱਛਾ ਹੋਵੇ ਉੱਥੇ ਰਹਿੰਦਾ ਹੈ, ਸੋ ਇਹ ਵੀ ਯੁਕਤੀ ਸਿੱਧ ਨਹੀਂ, ਕਿਉਂਕਿ ਜਦ ਉਸ ਆਤਮਾ ਪਾਸ ਇੱਛਾ ਦੇ ਸਾਧਨ ਇੰਦਰੇ ਅਤੇ ਅੰਤःਕਰਣ ਹੀ ਨਹੀਂ ਹਨ, ਤਦ ਉਸ ਨੂੰ ਇੱਛਾ ਕਿੱਥੋਂ ਹੋਣੀ ਹੈ। ਪਰ ਜੇ ਮੰਨ ਵੀ ਲਈਏ ਤਾਂ ਇੱਕ ਬਾਏ ਮਾਰਿਆਂ ਵਾਂਗ ਡਾਵਾਂ ਡੋਲ ਪਿਆ ਫਿਰਦਾ ਰਹੇਗਾ, ਜਿਸ ਦਾ ਨਾ ਕੋਈ ਥੋ ਨਾ ਟਿਕਾਣਾ। ਫਿਰ ਅਜਿਹੀ ਮੁਕਤੀ ਤੇ ਕਿਸਨੇ ਟਕੇ ਲੈਣੇ ਹੈ। ਸਗੋਂ ਇਹ ਤਾਂ ਵਿਆਦੀ ਸਹੇੜਨੀ ਹੈ। ਦੂਸਰਾ, ਜੋ ਆਪ ਨੇ ਚਾਰਵਾਕ ਨਾਲੋਂ ਆਪਣੇ ਮਤ ਵਿੱਚ ਜੀਵਾਂ ਦਾ ਮੁਕਤ ਹੋ ਕੇ ਫਿਰ ਜਨਮ ਪਾਉਣਾ ਦੱਸਿਆ ਹੈ ਔਰ ਮੁਕਤੀ ਦੇ ਸੁੱਖ ਦਾ ਅੰਤ ਮੰਨਿਆ ਹੈ, ਸੋ ਇਹ ਹੀ ਉਸ ਵਿਚਾਰੇ ਜੀਵ ਨੂੰ ਇੱਕ ਪਸ਼ੂਆਂ ਦੀ ਪਦਵੀ ਦਿੱਤੀ ਹੈ। ਜਿਸ ਤਰ੍ਹਾਂ ਜਦ ਪਸ਼ੂ ਦਾ ਰੱਸਾ ਗਲੋਂ ਲਾਹ ਕੇ ਉਸ ਨੂੰ ਮੁਕਤ ਕਰ ਦੇਈਦਾ ਹੈ, ਤਦ ਉਹ ਸੁਤੰਤਰ ਜੰਗਲ ਵਿੱਚ ਜਿੱਥੇ ਚਾਹੁੰਦਾ ਹੈ ਫਿਰਦਾ ਹੈ। ਫਿਰ ਜਦ ਉਹ ਅਵਾਰਾ ਗਰਦੀ ਦੇ ਸੁੱਖ ਨੂੰ ਭੋਗਦਾ ਥੱਕ ਜਾਂਦਾ ਹੈ, ਤਦ ਫਿਰ ਮੁੜ ਕੇ ਉਸੇ ਖੁਰਲੀ ਪਰ ਆ ਕੇ ਉਸੇ ਰੱਸੇ ਨਾਲ ਬੰਧਿਆ ਜਾਂਦਾ ਹੈ। ਇਸੇ ਤਰ੍ਹਾਂ ਇਹ ਜੀਵ ਵੀ ਸਰੀਰ ਦੇ ਰੱਸਿਓਂ ਛੁੱਟ ਕੇ ਪਿਆ ਭਰਮਦਾ ਫਿਰਦਾ ਹੈ
ਔਰ ਮੁਕਤੀ ਦਾ ਸੁਖ ਭੋਗਦਾ ਹੈ। ਪਰੰਤੂ ਜਦ ਉਹ ਸੁਖ ਪੂਰਾ ਹੋ ਜਾਂਦਾ ਹੈ ਤਦ ਮੁੜ ਕੇ ਉਸੇ ਤਰ੍ਹਾਂ ਸਰੀਰ ਦਾ ਰੱਸਾ ਗਲ ਵਿੱਚ ਪਾ ਬੈਠਦਾ ਹੈ। ਉਸ ਪਸ਼ੂ ਨਾਲੋਂ ਇਸ ਮੁਕਤ ਜੀਵ ਵਿੱਚ ਇਤਨਾ ਫਰਕ ਹੁੰਦਾ ਹੈ ਕਿ ਉਹ ਤਾਂ ਉਸੇ ਰੱਸੇ ਨਾਲ ਮੁੜ ਕੇ ਬੰਨਿਆ ਜਾਂਦਾ ਹੈ, ਔਰ ਇਹ ਮੁਕਤ ਆਤਮਾ ਅਜਿਹਾ ਪਸ਼ੂ ਹੈ ਜਿਸ ਨੂੰ ਭਾਂਤ ਭਾਂਤ ਦੇ ਰੱਸੇ ਮਿਲਦੇ ਰਹਿੰਦੇ ਹਨ, ਜਿਨ੍ਹਾਂ ਦੇ ਪ੍ਰਤਾਪ ਨਾਲ ਕਦੇ ਘੋੜਾ ਬਣ ਜਾਂਦਾ ਹੈ, ਕਦੇ ਗਧਾ ਹੋ ਜਾਂਦਾ ਹੈ, ਫਿਰ ਕਦੇ ਮੁਕਤੀ ਦਾ ਸੁਖ ਭੋਗ ਕੇ ਕਬੂਤਰ ਆ ਹੁੰਦਾ ਹੈ। ਗੱਲ ਕਾਹਦੀ ਹੈ? ਆਪਣੇ ਨਵੇਂ ਨਵੇਂ ਰੂਪ ਵਟਾਉਂਦਾ ਪਿਆ ਫਿਰਦਾ ਹੈ। ਮੈਂ ਇਤਨਾ ਆਖ ਕੇ ਫਿਰ ਤਲਾਬ ਦੇ ਉੱਤੇ ਇੱਲਾਂ ਉੜਦੀਆਂ ਨੂੰ ਦੇਖ ਕੇ ਕਿਹਾ ਕਿ ਸਵਾਮੀ ਜੀ ਦੇਖੋ ਖਾਂ, ਤੁਸੀਂ ਤਾਂ ਪਹਿਚਾਨ ਸਕਦੇ ਹੋਵੋਗੇ ਜੋ ਕਿਤੇ ਇਹ ਇੱਲਾਂ ਉਹ ਮੁਕਤ ਪੁਰਖ ਤਾਂ ਨਹੀਂ ਹਨ ਜਿਨ੍ਹਾਂ ਦਾ ਤੁਸੀਂ ਕਥਨ ਕਰਦੇ ਹੋ ਕਿ ਜਿੱਥੇ ਚਾਹਣ ਉੱਥੇ ਰਹਿ ਸਕਦੇ ਹਨ ਔਰ ਨਵੇਂ ਨਵੇਂ ਸ਼ਹਿਰ ਪਾ ਲੈਂਦੇ ਹਨ। ਸੋ ਸ਼ਾਇਦ ਆਪ ਨੂੰ ਵੇਦ ਪਾਠੀ ਜਾਣ ਕੇ ਦਰਸ਼ਨ ਲਈ ਆਈਆਂ ਹੋਣਗੀਆਂ। ਦੋਹਰਾ ਇਤਨੇ ਆਖਣ ਪਰ ਭਏ ਗੁੱਸੇ ਸਵਾਮੀ ਸਾਧ, ਥੋੜਾ ਹੀ ਬਾਕੀ ਰਿਹਾ ਵਧਨੇ ਵਿੱਚ ਵਿਖਾਦ। ਕਹਿਣ ਲੱਗੇ ਤੁਮ ਕਰਤ ਹੋ ਲੰਬੇ ਝਗੜੇ ਨਿਤ, ਸੁਣ ਕਰ ਹਮਰਾ ਦੁਖਤ ਹੈ ਬਚਨ ਤੁਮਾਰੇ ਚਿੱਤ। ਭਾਵ ਇਸ ਦਾ ਉੱਤਰ ਹੋਰ ਤਾਂ ਕੁਝ ਨਾ ਦਿੱਤਾ, ਕੇਵਲ ਇਤਨਾ ਹੀ ਆਖਿਆ ਕਿ ਤੁਸੀਂ ਲੰਬੇ ਝਗੜੇ ਛੇੜ ਦਿੰਦੇ ਹੋ। ਇਸ ਵਾਸਤੇ ਸਾਡੇ ਚਿੱਤ ਨੂੰ ਤੁਹਾਡੇ ਕਥਨ ਤੇ ਆਸ਼ਚਰਜ ਹੁੰਦਾ ਹੈ। ਇਸ ਪਰ ਮੈਂ ਕਿਹਾ ਕਿ ਬਾਦਸ਼ਾਹ ਦੇ ਲੰਬੇ ਹੀ ਯੁੱਧ ਹੁੰਦੇ ਹਨ, ਹੋਰ ਮਾੜਾ ਮਾੜਾ ਲੜੇ ਚੀਖ ਝੰਗਾੜਾ ਪੜੇ ਵਾਲਾ ਕੰਮ ਨਹੀਂ ਹੁੰਦਾ, ਜਿਸ ਤੇ ਆਪ ਨੂੰ ਘਬਰਾਉਣਾ ਨਹੀਂ ਚਾਹੀਦਾ। ਇਸ ਪਰ ਆਖਣ ਲੱਗੇ ਕਿ ਤੁਸੀਂ ਬਾਦਸ਼ਾਹ ਤਾਂ ਬਣ ਗਏ ਪਰ ਤੁਹਾਡੀ ਫੌਜ ਕਿੱਥੇ ਹੈ? ਜਿਸ ਪਰ ਮੈਂ ਆਖਿਆ ਕਿ ਮੇਰੀ ਫੌਜ ਮਨ ਬੁੱਧ ਚਿੱਤ ਅਹੰਕਾਰ ਹੈ, ਔਰ ਉਕਤੀ ਯੁਕਤੀ ਦੇ ਗੋਲੇ ਮਾਰ ਕੇ ਆਪ ਜੈਸੇ ਮਹਾਤਮਾ ਦੇ ਕਪੋਲ ਕਲਪਤ ਮਤਾਂ ਦੇ ਕਿਲੇ ਨੂੰ ਉਡਾਉਂਦੀ ਹੈ। ਕਿਆ ਆਪ ਦੇਖਦੇ ਨਹੀਂ ਜੋ ਮੇਰੀ ਫੌਜ ਕਿਆ ਕਰਦੀ ਹੈ? ਇਤਨੇ ਪਰ ਆਖਣ ਲੱਗੇ ਕਿ ਤੁਸੀਂ ਬਾਦਸ਼ਾਹ ਹੀ ਸਹੀ, ਪਰ ਅਸੀਂ ਤਾਂ ਇਹੋ ਜਾਣਦੇ ਹਾਂ ਜੋ ਦੱਸ ਚੁੱਕੇ ਹਾਂ। ਜਿਸ ਦਾ ਉੱਤਰ ਮੈਂ ਇਤਨਾ ਦੇ ਕੇ ਆਪ ਕੁਛ ਨਹੀਂ ਜਾਣਦੇ ਉੱਠ ਖੜਾ ਹੋਇਆ, ਔਰ ਉਹ ਬੰਗਾਲੀ ਬਾਬੂ ਵੀ ਮੇਰੇ ਨਾਲ ਹੀ ਤੁਰ ਆਇਆ ਔਰ ਆਖਣ ਲੱਗਾ ਕਿ ਮਾਲੂਮ ਨਹੀਂ ਜੋ ਸਵਾਮੀ ਜੀ ਨੇ ਉੱਤਰ ਕਿਉਂ ਨਾ ਦਿਆ। ਮੈਂ ਕਿਹਾ ਕਿ ਬਾਬੂ ਜੀ ਜੋ ਹੋਇਆ ਆਪ ਦੇ ਸਾਹਮਣੇ ਹੀ ਹੋਇਆ ਹੈ। ਇਹ ਮੇਰਾ ਅਖੀਰ ਦਾ ਉੱਤਰ ਪ੍ਰਸ਼ਨ ਸਾ, ਜਿਸ ਪਰ ਉਹਨਾਂ ਦਾ ਮੁਕਤੀ ਵਾਲਾ ਖਿਆਲ ਵੀ ਅਯੁਕਤ ਦੇਖਿਆ। ਪੰਡਿਤ ਦਇਆਨੰਦ ਜੀ ਦੀ ਵਿਦਿਆ ਪਰ ਮੇਰੀ ਸੰਮਤੀ। ਦੋਹਰਾ ਹੁਣ ਮੈਂ ਦੱਸਾਂ ਅੰਤ ਨੂੰ ਜੋ ਵਿਦਿਆ ਦਾ ਹਾਲ ਉਸ ਸਾਧੂ ਵਿੱਚ ਦੇਖਿਆ ਆਪਣੀਆਂ ਅੱਖਾਂ ਨਾਲ, ਜਿਸ ਨੂੰ ਸੁਣ ਕੇ ਵਿਗਿਆ ਜਨ ਸਮਝਣਗੇ ਮਨ ਸਤ, ਭਾਵੇਂ ਮੰਨਣ ਨਾ ਹੈ ਉਹ ਜਨ ਘਟ ਨਾ ਹੀ ਮਤ। ਭਾਵ ਸਵਾਮੀ ਦਇਆਨੰਦ ਸਰਸਵਤੀ ਸਾਹਿਬ ਨੂੰ ਮੈਂ ਆਪਣੇ ਅੱਖੀਂ ਅੱਛੀ ਤਰ੍ਹਾਂ ਦੇਖਿਆ ਅਤੇ ਕੰਨੀ ਉਹਨਾਂ ਦੇ ਵਿਖਿਆਨ ਸੁਣੇ ਹਨ, ਜਿਸ ਤੇ ਉਸ ਵੇਲੇ ਤੋਂ ਲੈ ਕੇ ਜੋ ਅੱਜ ਤੱਕ ਮੈਨੂੰ ਉਹਨਾਂ ਦੀ ਵਿਦਿਆ ਪਰ ਖਿਆਲ ਚੱਲਿਆ ਆਉਂਦਾ ਹੈ, ਸੋ ਸਭਨਾ ਸੱਜਣਾ ਅੱਗੇ ਪ੍ਰਗਟ ਕਰਨਾ ਵੀ ਮੈਂ ਜ਼ਰੂਰੀ ਸਮਝਦਾ ਹਾਂ। ਪਹਿਲੇ ਮੈਂ ਉਹਨਾਂ ਨੂੰ ਉਹਨਾਂ ਦੇ ਧਰਮਾਤਮਾ ਧਰਮ ਤੋਂ ਜ਼ਿਆਦੀ ਸ਼੍ਰੇਣੀ ਦੇ ਵਿੱਚ ਤਾਂ ਕਦੀ ਵੀ ਨਹੀਂ ਗਿਣ ਸਕਦਾ, ਜਿਨ੍ਹਾਂ ਨੂੰ ਲੋਕ ਈਸ਼ਵਰ ਕੋਟੀ ਵਿੱਚ ਗਿਣਦੇ ਹਨ, ਜਾਂ ਜੋ ਖਾਸ ਉਪਦੇਸ਼ ਲੈ ਕੇ ਜਗਤ ਵਿੱਚ ਆਏ ਸਨ ਅਤੇ ਜਿਨ੍ਹਾਂ ਦੇ ਨਿਸ਼ਾਨ ਵੱਡੀ ਭਾਰੀਆਂ ਕੌਮਾਂ ਪ੍ਰਸਿੱਧ ਹਨ। ਦੂਸਰਾ ਮੈਂ ਉਹਨਾਂ ਨੂੰ ਐਸੇ ਵਿਦਵਾਨਾਂ ਦੀ ਉਸ ਸ਼੍ਰੇਣੀ ਵਿੱਚ ਵੀ ਸ਼ਾਮਲ ਕਰਦਾ ਲੱਜਤ ਹੁੰਦਾ ਹਾਂ, ਜਿਹੜੀ ਹਿੰਦੂ ਲੋਕਾਂ ਵਿੱਚ ਹੀ ਵਿਦਿਆ ਦੀ ਭੰਡਾਰ ਸਮਝੀ ਜਾਂਦੀ ਹੈ। ਜੈਸੇ ਕਿ 6 ਸ਼ਾਸਤਰਾਂ ਦੇ ਵੱਡੇ ਪ੍ਰਸਿੱਧ ਕਰਤਾ 6 ਰਿਖੀ ਗੌਤਮ, ਕਪਲ, ਜੈਮਨ, ਪਤੰਜਲ, ਕਣਾਦ ਅਤੇ ਬਿਆਸ ਮੁਨ ਜੀ ਕਹੇ ਜਾਂਦੇ ਹਨ। ਇਸੇ ਪ੍ਰਕਾਰ ਨੀਤੀ ਕਰਤਾ ਮਨੂ ਜੀ, ਵਸ਼ਿਸ਼ਟ ਜੀ ਅਤੇ ਯਾਗਵਲਕ ਆਦਿਕ ਜੋ ਧਰਮ ਸ਼ਾਸਤਰ ਕਰਤਾ ਹੋਏ ਹਨ, ਕਿਉਂਕਿ ਉਹਨਾਂ ਮੁਨੀਆਂ ਦੇ ਬਣਾਏ ਹੋਏ ਦਰਸ਼ਨਾਂ ਨੂੰ ਅੱਜ ਤੱਕ ਕਿਸੇ ਵਿਦਵਾਨ ਨੇ ਵੀ ਆਪਣੀ ਰਚਨਾ ਨਾਲ ਲੱਜਤ ਨਹੀਂ ਕੀਤਾ
ਔਰ ਵਿਆਸ ਜੀ ਨੇ ਜਿਤਨਾ ਆਪਣੀ ਉਮਰਾਂ ਵਿੱਚ ਕੰਮ ਕੀਤਾ ਹੈ ਸੋ ਦੱਸਦਾ ਹੈ ਕਿ ਦੁਨੀਆ ਦੇ ਕਿਸੇ ਪੰਡਤ ਨੇ ਵੀ ਨਹੀਂ ਕੀਤਾ। ਜੈਸਾ ਕਿ ਵੇਦ ਦਾ 4 ਸ਼੍ਰੇਣੀਆਂ ਵਿੱਚ ਵੰਡਣਾ, वेदांत शास्त्र का रचना, फिर महाभारत ਅਤੇ 18 पुराण और 18 उप पुराणों का बनाना साबित करता है कि इस दुनिया पर वो एक अद्वितीय पंडित सा। समाजी भाइयों का गुरु उस दे शिष्यां बराबर आखना भी एक उपहासयोग बात है। फिर शंकर जी जैसे पूर्ण विद्वान के सामने भी जे कदे दयानंद जी की विद्या का मुकाबला किया जाए तो भी इस तरह समझिया जाएगा जिस तरह अमोलक रतन के नाल एक बलौर दे थेवे का मुल हुंदा है। जिस ते मैं श्री शंकराचार्य के नाम नालों भी इन्हां दे नाम नूं दूजा रखना ही अच्छा जानदा हां। इस ते उत्तर के जो इन्हां दे समय तो कुछ दिन पहले अर या कुछ काल इन्हां दे हुंदियां भी विद्वान से उन्हां दे नाल भी जे इन्हां दा मुकाबला किया जाए तां भी साधु जी पूरे नहीं उतरनगे, क्योंकि पंडित ज्योति स्वरूप के सामने कनखड़ विच स्वामी दयानंद जी ने चुप के बिना होर कुछ भी नहीं किया सा। इसे तरह पंडित निश्चल दास रचित पुस्तकों के बराबर उन्हां दी एक पुस्तक भी नहीं है कि मुकाबला कर सके। ये बात कोई प्रोख नहीं है, इसलिए इसनूं शंका जिसनूं शंका होवे सो एक पासे साधु दयानंद जी दे सत्यार्थ प्रकाश अते दूजी वल पंडित निश्चल दास जी रचित विचार सागर अते बृति प्रभाकर नूं पढ़ के देख सकता है। दोहरा फिर ये अपनी बात पर रहिंदे ना सी पर पक झट बदलदे तुरत ही जिथे पैंदा शक। भाव इस ते बिना पंडित दयानंद जी विच एक होर अद्भुत बात सी जो उन्हां नूं ये पता नहीं सा कि वेदक मत क्या है और साडा अपना निश्चा क्या है, जिस ते वो अपने पुस्तक सत्यार्थ प्रकाश नूं हर वेले बदलते रहिंदे सन। और आशा है कि जे वो अज तक जिंदे रहिंदे तां अजकल दे सत्यार्थ प्रकाश नूं भी अदल बदल के पहिलियां दी तरह कुछ दा कुछ कर देंदे, जिस ते उन्हां दा अजे तक अपना मत कोई एक नहीं सा। एक वेर उन्हां ने ब्रह्म समाज दे मंदिर विच विख्यान दिता, जिस विच इह साबित कीता कि सूरज पृथ्वी दे गिरदी भरमण करदा है। इस विच वेदां दे मंत्र पढ़ के सुनाए, परंतु जब डेरे आए तद लाला साईं दास जी परलोक वासी ने कहा कि स्वामी जी अजकल की विद्या तो पृथ्वी नूं भौंदी दसदी है, जिस ते लोग वेदां नूं अच्छा नहीं जानणगे। इस पर बोले कि तुसीं सानूं पहले दसना सा, जिस ते हुण कल नूं इसदा खंडन करेंगे। दूजे दिन अपने विख्यान विच कहा कि जो असीं कल दे विख्यान द्वारा धरती खड़ी और सूरज भौंदा दस्या है सो वादी का कथन सा, जिस ते वो वेदां मंत्रां दे इस तरह अर्थ करते हैं, परंतु असल विच इन्हां मंत्रां ते सूरज फिरदा नहीं सिद्ध हुंदा, किंतु धरती भौंदी है। असीं उन्हां दा निश्चा इस तरह नाल देखिया है जो परपक्क नहीं सा। इस तो बिना उन्हां नूं जिथों तक देखण विच आया है दर्शन अते उपनिषदां नहीं आउंदियां सन अते ना सारियां सिमरतियां ते ही ज्ञान सन, किंतु वो वेदां दा पाठ चंगा करदे से और अष्टाध्यायी अते 10 सिमरतियां बहुत चंगियां जानदे से। इस दा सबूत इहो है कि जिथे उन्हां दे दर्शन दा खंडन करना चाहया है सो उथे वो कुछ भी नहीं कर सके। दोहरा जे को पुछे मुझ नूं ये सब आपो धाप आए पई इस देश विच है किस दा प्रताप। भाव जे कोई मैनू ये पूछे कि जे उन्हां दी विद्या बुद्ध दा ये हाल सी तां इस देश विच ये शोर शराबा क्यों पै गया। इस दा उत्तर इतना ही है कि उस वेले दे पंडित वेद अते व्याकर घट जानते से, जिस ते पंजाब विच उन्हां ने कामयाबी हासिल कर लई।
ਜਿਸ ਦਾ ਕੇਵਲ ਸਬੂਤ ਇਹ ਹੈ ਕਿ ਦੱਖਣ ਅਤੇ ਬੰਗਾਲ ਵਿੱਚ ਉਹਨਾਂ ਨੂੰ ਕੋਈ ਵੀ ਨਹੀਂ ਜਾਣਦਾ। ਦੋਹਰਾ, ਇਹ ਮੇਰੀ ਹੈ ਸੰਮਤੀ ਉਸ ਦੀ ਵਿਦਿਆ ਹੇਤ, ਜੇ ਅਤਬਾਰ ਨਾ ਆਮਦਾ ਖੋਜ ਲਵੋ ਸਭ ਭੇਦ। ਮਨ ਦੇ ਵਿਦਿਆ ਨੂੰ ਪੜੋ ਵੇਦ ਔਰ ਸਭ ਭਾਸ, ਤਦ ਆਪੇ ਲਿਖ ਲਿਹੋਗੇ ਜੋ ਹੈ ਸਤ ਬਲਾਸ। ਨਾਲ ਦਇਆਨੰਦ ਸਾਧ ਦੇ ਇਹ ਹੋਏ ਪ੍ਰਸੰਗ, ਜਿਸ ਨੂੰ ਪੜ੍ਹ ਕੇ ਸੱਜਣ ਜਨ ਮਨ ਮੈਂ ਹੋਵਣ ਦੰਗ। ਜੇਕਰ ਕੋਈ ਉਹਨਾਂ ਦਾ ਚੇਲਾ ਕਰੇ ਘਮੰਡ, ਤਾਂ ਮੈਂ ਸਦ ਹੀ ਤਿਆਰ ਹਾਂ ਖੋਲਣ ਹੇਤ ਪਖੰਡ। ਸੋ ਇਹ ਸੀ ਕਿਤਾਬ ਗਿਆਨੀ ਦਿੱਤ ਸਿੰਘ ਜੀ ਦੀ ਸਾਧੂ ਦਇਆਨੰਦ ਤੇ ਮੇਰਾ ਸੰਵਾਦ। ਇਸ ਦੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।